ਕੁੜੀ ਜੋ ਸਿਰਫ 14 ਸਾਲ ਦੀ ਉਮਰ ਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਸੰਘਰਸ਼ ਵਿੱਚ ਮਹਾਤਮਾ ਗਾਂਧੀ ਨਾਲ ਮਿਲ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਂਦੀ ਹੈ ਤੇ ਆਜ਼ਾਦੀ ਘੁਲਾਟੀਆਂ ਨੂੰ ਪੁਲਿਸ ਤੋਂ ਬਚਾਉਣ ਲਈ, ਉਹਨਾਂ ਦੀ ਮਦਦ ਕਰਨ ਲਈ ਆਪਦੇ ਘਰਦਿਆਂ ਤੇ ਕੰਨਾ ਪਿੜ ਜਾਂਦੀ ਹੈ, ਉਹਨਾਂ ਤੋਂ ਕੁੱਟ ਤੱਕ ਖਾਂਦੀ ਹੈ। ਤੇ ਦੇਸ਼ ਜਦੋਂ ਆਜ਼ਾਦ ਹੁੰਦਾ ਹੈ, ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੰਨੀ ਜਾਂਦੀ ਬੰਬਈ, ਉਸ ਸਮੇਂ ਦੀ ਤੇ ਹੁਣ ਟਾਈਮ ਦੀ ਮੁੰਬਈ ਦੇ ਵਿੱਚ ਪਹਿਲੀ ਮਾਫੀਆ ਕੁਈਨ ਬਣਦੀ ਹੈ। ਇਹ ਕਿਉਂ ਬਣਦੀ ਹੈ, ਕਿਵੇਂ ਬਣਦੀ ਹੈ, ਹਾਲਾਤ ਕੀ ਰਹਿੰਦੇ ਨੇ, ਆਓ ਅੱਜ ਤੁਹਾਨੂੰ ਉਸ ਦੀ ਦਿਲਚਸਪ ਕਹਾਣੀ ਤੋਂ ਜਾਣੂ ਕਰਵਾਉਂਦੇ ਹਾਂ। ਮੈਂ ਗੱਲ ਕਰਨ ਜਾ ਰਿਹਾ ਹਾਂ ਮੁੰਬਈ ਅੰਡਰਵਰਲਡ ਦੀ ਪਹਿਲੀ ਮਾਫੀਆ ਕੁਈਨ ਜੈਨਾ ਬਾਈ ਦਾਰੂਵਾਲਾ। ਉਸ ਦੇ ਜੀਵਨ ਦੀ ਕਹਾਣੀ ਦੀ, ਉਸ ਦੀ ਅਪਰਾਧ ਦੀ ਦੁਨੀਆ ਦੀ, ਉਹ ਕਿਸ ਤਰ੍ਹਾਂ ਇਸ ਅਪਰਾਧ ਦੀ ਦੁਨੀਆ 'ਚ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਉਹਦੇ ਜਨਮ ਦੀ, ਤਾਂ ਤਕਰੀਬਨ 1920 ਦੇ ਵਿੱਚ ਮੁੰਬਈ ਦੇ ਡੋਂਗਰੀ ਇਲਾਕੇ ਦੇ ਵਿੱਚ ਇੱਕ ਗਰੀਬ ਮੁਸਲਿਮ ਪਰਿਵਾਰ 'ਚ ਉਹਦਾ ਜਨਮ ਹੁੰਦਾ। ਉਹਦੇ ਪਿਤਾ ਹੱਥ ਗੱਡੀ ਖਿੱਚਣ ਦਾ ਕੰਮ ਕਰਦੇ ਸੀ, 6 ਭੈਣ ਭਰਾ ਸਨ, ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਪਰ ਫਿਰ ਵੀ ਉਹ ਆਪਣੇ ਦਿਲੋਂ ਦਿਮਾਗ ਦੇ ਵਿੱਚ ਦੇਸ਼ ਪਿਆਰ ਦੀ ਭਾਵਨਾ ਪਾਲਦੀ ਹੋਈ ਵੱਡੀ ਹੋਈ। ਉਸਦਾ ਵਿਆਹ ਹੋ ਜਾਂਦਾ ਹੈ। ਉਦੋਂ ਵੀ ਉਸਨੇ ਆਜ਼ਾਦੀ ਘੁਲਾਟੀਆਂ ਨੂੰ ਪਨਾਹ ਦੇਣਾ, ਉਹਨਾਂ ਦੀ ਮਦਦ ਕਰਨਾ ਨਹੀਂ ਛੱਡਿਆ। ਉਸਦੇ ਪਤੀ, ਉਸਦੇ ਸ਼ੌਹਰ ਹਮੇਸ਼ਾ ਉਸ ਤੋਂ ਨਾਰਾਜ਼ ਰਹਿੰਦੇ ਸਨ। ਉਸ ਨਾਰਾਜ਼ਗੀ ਨੂੰ ਵੀ ਇੱਕ ਪਾਸੇ ਰੱਖ ਕੇ ਉਹਨਾਂ ਦੇਸ਼ ਪਿਆਰ ਨੂੰ ਦੀ ਗੱਲ ਜਾਰੀ ਰੱਖੀ। ਇਹ ਗੱਲ ਆਖਰ ਅਪਰਾਧ ਦੀ ਦੁਨੀਆ ਵਿੱਚ ਕਿਵੇਂ ਚਲੀ ਜਾਂਦੀ ਹੈ, ਇਸ ਤੇ ਆਪਾਂ ਅੱਗੇ ਗੱਲ ਕਰਾਂਗੇ। ਆਖਿਰ ਦੇਸ਼ ਆਜ਼ਾਦ ਹੋ ਜਾਂਦਾ ਹੈ। ਦੇਸ਼ ਦੋ ਹਿੱਸਿਆਂ 'ਚ ਵੰਡ ਜਾਂਦਾ ਹੈ, ਭਾਰਤ ਤੇ ਪਾਕਿਸਤਾਨ। ਤੇ ਮੁਸਲਿਮ ਆਬਾਦੀ ਜ਼ਿਆਦਾ ਪਾਕਿਸਤਾਨ ਜਾਣ ਦੀ ਗੱਲ ਕਰਦੀ ਹੈ ਤੇ ਮਾਹੌਲ ਵੀ ਬਣਿਆ ਹੁੰਦਾ ਹੈ। ਪਰ ਜੈਨਾ ਦਾ ਸ਼ੌਹਰ ਪਾਕਿਸਤਾਨ ਜਾਣ ਦੀ ਗੱਲ ਕਰਦਾ, ਪਰ ਜੈਨਾ ਇਹ ਗੱਲ ਕਰਕੇ ਇਨਕਾਰ ਕਰ ਦਿੰਦੀ ਹੈ ਕਿ ਉਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ, ਉਹਦੇ ਸੰਘਰਸ਼ ਦੇ ਵਿੱਚ ਇਸ ਕਰਕੇ ਹਿੱਸਾ ਨਹੀਂ ਪਾਇਆ ਕਿ ਆਪਦਾ ਦੇਸ਼ ਛੱਡ ਕੇ ਚਲੀ ਜਾਵੇ। ਉਹਦੇ ਪਤੀ ਦੀ ਨਾਰਾਜ਼ਗੀ ਵੱਧ ਜਾਂਦੀ ਹੈ। ਉਸ ਨੂੰ ਆਖਰੀ ਵਾਰ ਕਹਿੰਦਾ ਕਿ ਚੱਲਣਾ ਕਿ ਨਹੀਂ, ਬਟ ਜੈਨਾ ਦਾ ਸ਼ੌਹਰ ਬਹੁਤ ਨਾਰਾਜ਼ ਹੁੰਦਾ ਤੇ ਉਸ ਨੂੰ ਤੇ ਉਸਦੇ 4 ਬੱਚਿਆਂ ਨੂੰ ਛੱਡ ਕੇ ਪਾਕਿਸਤਾਨ ਚਲਾ ਜਾਂਦਾ। ਪੂਰੇ ਦੇਸ਼ ਵਿੱਚ ਦੇਸ਼ ਦੀ ਆਜ਼ਾਦੀ ਦਾ ਜਸ਼ਨ ਸੀ, ਪਰ ਜੈਨਾ ਲਈ ਵੱਡਾ ਸਵਾਲ ਸੀ ਰੁਜ਼ਗਾਰ ਦਾ, ਆਪਣੇ ਪੇਟ ਪਾਲਣ ਦਾ, ਆਪਣੇ ਬੱਚਿਆਂ ਦੇ ਪੇਟ ਪਾਲਣ ਦਾ। ਉਸ ਸਮੇਂ ਪੂਰੇ ਦੇਸ਼ ਦੇ ਵਿੱਚ ਹੀ ਨਹੀਂ, ਮੁੰਬਈ ਦੇ ਵਿੱਚ ਵੀ ਸਸਤੇ ਅਨਾਜ ਦੀ ਇੱਕ ਸਕੀਮ ਚਲਾਈ ਗਈ ਸੀ ਸਾਰੇ ਲੋਕਾਂ ਨੂੰ ਦੇਣ ਲਈ। ਜੈਨਾ ਇਸ ਅਨਾਜ ਨੂੰ ਸਮਗਲ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਸ਼ੁਰੂ ਕਰ ਦਿੰਦੀ। ਜੈਨਾ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਸਿਪਾਹੀ ਸੀ, ਉਹ ਅਪਰਾਧ ਦੇ ਰਾਹੇ ਪੈ ਗਈ। ਹੌਲੀ ਹੌਲੀ ਉਸਨੇ ਦਾਰੂ ਦੀ ਸਮਗਲਿੰਗ ਵੀ ਸ਼ੁਰੂ ਕਰ ਦਿੱਤੀ ਤੇ ਇਸੇ ਅਪਰਾਧੀ ਦੁਨੀਆ ਦੇ ਮੇਲ ਮਿਲਾਪ ਦੇ ਕਾਰਨ ਉਸਦੀ ਮੁੰਬਈ ਦੇ ਅੰਡਰਵਰਲਡ ਤੇ ਚੰਗੀ ਪਕੜ ਬਣ ਗਈ। ਮੁੰਬਈ ਦੇ ਇੱਕ ਖਾਸ ਪੱਤਰਕਾਰ ਜੈਦੀ ਦੇ ਅਨੁਸਾਰ ਉਹਨੇ ਸਾਫ਼-ਸਾਫ਼ ਲਿਖਿਆ ਕਿ ਜੋ ਉਹਨੂੰ ਮਹਾਰਤ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕਰਨ ਵੇਲੇ ਹਾਸਲ ਹੋਈ ਸੀ, ਉਹ ਅਪਰਾਧ ਦੀ ਦੁਨੀਆ 'ਚ ਬਹੁਤ ਕੰਮ ਆਈ। ਉਹਦੀ ਪਕੜ ਇੰਨੀ ਹੋ ਗਈ ਕਿ ਉਹ ਵੱਡੇ ਅਪਰਾਧੀਆਂ ਨਾਲ ਉਹਦੀ ਜਾਣ ਪਛਾਣ ਹੋ ਗਈ ਤੇ ਜਲਦੀ ਹੀ ਉਹ ਵੱਡੇ ਅਪਰਾਧੀਆਂ ਦੀ ਕਤਾਰ ਦੇ ਵਿੱਚ ਸ਼ੁਮਾਰ ਹੋ ਗਈ। ਜੈਨਾ ਬਾਈ ਨਾਂ ਦੇ ਨਾਲ ਹੁਣ ਜੈਨਾ ਬਾਈ ਦਾਰੂਵਾਲਾ ਨਾਂ ਜੁੜ ਗਿਆ ਸੀ, ਕਿਉਂਕਿ ਦਾਰੂ ਦੀ ਸਮਗਲਿੰਗ ਤੇ ਸ਼ਰਾਬ ਦੀ ਸਮਗਲਿੰਗ ਕਰਕੇ ਜੈਨਾ ਬਾਈ ਦਾਰੂਵਾਲਾ ਨਾਲ ਮਸ਼ਹੂਰ ਹੋ ਗਈ ਸੀ। ਉਸ ਸਮੇਂ ਦੇ ਡੌਨ ਹਾਜੀ ਮਸਤਾਨ ਨਾਲ ਚੰਗੇ ਸੰਬੰਧ ਬਣ ਗਏ ਸਨ। ਮੰਨਿਆ ਜਾਂਦਾ ਕਿ ਹਾਜੀ ਮਸਤਾਨ ਉਦੋਂ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਜੈਨਾ ਬਾਈ ਦੀ ਰਾਏ ਜ਼ਰੂਰ ਲਿਆ ਕਰਦਾ ਸੀ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। 1962 ਦੇ ਵਿੱਚ ਪੁਲਿਸ ਜੈਨਾ ਬਾਈ ਨੂੰ ਗੈਰ ਕਾਨੂੰਨੀ ਸਮੱਗਰੀ ਦੇ ਨਾਲ ਫੜ ਲੈਂਦੀ ਹੈ ਤੇ ਖਾਸ ਸੰਬੰਧਾਂ ਕਰਕੇ ਪੁਲਿਸ ਤੋਂ ਖਹਿੜਾ ਤਾਂ ਛੁੱਟ ਜਾਂਦਾ, ਪਰ ਪੁਲਿਸ ਦੀ ਮੁਖਬਰ ਬਣਨਾ ਉਹਦੀ ਮਜਬੂਰੀ ਬਣ ਜਾਂਦੀ ਹੈ। ਪੁਲਿਸ ਦੀ ਮੁਖਬਰ ਬਣਨ ਤੋਂ ਬਾਅਦ ਉਹ ਸਿਰਫ ਇੱਥੇ ਗੁਜ਼ਾਰਾ ਕਰਦੀ ਹੈ ਕਿ 10% ਦੀ ਜੋ ਸਮਾਨ ਫੜਾਉਣ ਦਾ ਕਮਿਸ਼ਨ ਮਿਲਦਾ ਹੈ, ਉਸੇ ਕਮਿਸ਼ਨ ਦੇ ਨਾਲ ਉਹਦਾ ਗੁਜ਼ਾਰਾ ਚਲਾਉਣ ਲੱਗਦੀ ਹੈ। ਪਰ ਇੱਥੇ ਇੱਕ ਦਿਲਚਸਪ ਗੱਲ ਹੋਰ ਹੈ ਕਿ ਪੁਲਿਸ ਦੀ ਮੁਖਬਰ ਬਣਨ ਦੇ ਬਾਅਦ ਵੀ ਜੈਨਾ ਬਾਈ ਦਾਰੂਵਾਲਾ ਦੀ ਅੰਡਰਵਰਲਡ ਤੇ ਪਕੜ ਤੇ ਮਜ਼ਬੂਤ ਉਸੇ ਤਰ੍ਹਾਂ ਹੀ ਰਹਿੰਦੀ ਹੈ। ਇਸ ਸਮੇਂ ਦਾਊਦ ਭਰ ਜਵਾਨੀ ਦੇ ਵਿੱਚ ਵੱਡਾ ਰਾਜਨੀਤਿਕ ਗੈਂਗ ਦੇ ਸਰਗਰਮ ਸੀ। ਜੈਨਾ ਬਾਈ ਦਾਰੂਵਾਲਾ ਦੀ ਮੁਲਾਕਾਤ ਦਾਊਦ ਇਬਰਾਹਿਮ ਨਾਲ ਵੀ ਹੁੰਦੀ ਹੈ, ਕਿਉਂਕਿ ਹਾਜੀ ਮਸਤਾਨ ਜਿਹੜਾ ਉਹਦਾ ਉਸਤਾਦ ਸੀਗਾ, ਉਹ ਜੈਨਾ ਬਾਈ ਤੋਂ ਪ੍ਰਭਾਵਿਤ ਸੀ, ਉਹ ਤੋਂ ਰਹਿ ਲੈਂਦਾ ਸੀ। ਉਸ ਤੋਂ ਬਾਅਦ ਦਾਊਦ ਇਬਰਾਹਿਮ ਵੀ ਅਕਸਰ ਜੈਨਾ ਬਾਈ ਤੋਂ ਰਹਿ ਲੈ ਕੇ ਕੋਈ ਵੱਡਾ ਕੰਮ ਕਰਦਾ ਸੀ। ਪੱਤਰਕਾਰ ਜੈਦੀ ਦੀ ਕਿਤਾਬ ਦੇ ਅਨੁਸਾਰ ਜੈਨਾ ਬਾਈ ਦਾਰੂਵਾਲਾ ਉਮਰ ਦੇ ਆਖਰੀ ਪੜਾਅ ਦੇ ਵਿੱਚ ਕਾਫੀ ਧਾਰਮਿਕ ਹੋ ਗਈ। ਉਸਦੇ ਬੱਚਿਆਂ 'ਚੋਂ ਉਹਦਾ ਇੱਕ ਬੇਟਾ ਜੁਰਮ ਦੀ ਦੁਨੀਆ 'ਚ ਚਲਾ ਗਿਆ। ਇੱਕ ਵਾਰ ਪੁਲਿਸ ਦੀ ਮੁੱਠਭੇੜ ਦੇ ਵਿੱਚ ਉਹਨੂੰ ਗੋਲੀ ਲੱਗਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ। ਮੌਤ ਹੋਣ ਤੋਂ ਬਾਅਦ ਉਹਦਾ ਇੱਕ ਕਾਤਲ ਫੜਿਆ ਜਾਂਦਾ ਹੈ। ਕਾਤਲ ਫੜਨ ਤੋਂ ਬਾਅਦ ਜਦ ਉਹਨੂੰ ਸਜ਼ਾ ਹੋਣ ਦੀ ਗੱਲ ਹੁੰਦੀ ਹੈ ਤਾਂ ਜੈਨਾ ਬਾਈ ਦਾਰੂਵਾਲਾ ਆਪਣਾ ਕੇਸ ਵਾਪਸ ਲੈ ਲੈਂਦੀ ਤੇ ਉਹ ਕਹਿੰਦੀ ਹੈ ਕਿ ਮੇਰਾ ਬੇਟਾ ਜਿਹੜਾ ਮਰਨਾ ਸੀ ਮਰ ਗਿਆ, ਪਰ ਇਸ ਨੂੰ ਸਜ਼ਾ ਦਿਵਾਉਣ ਨਾਲ ਕਿਹੜਾ ਵਾਪਸ ਆ ਜਾਏਗਾ। ਜਾਨੀ ਇਸ ਤਰ੍ਹਾਂ ਦੇ ਧਾਰਮਿਕ ਖਿਆਲ ਉਹਦੇ ਬਣਦੇ ਜਾਂਦੇ ਨੇ।
ਪੱਤਰਕਾਰ ਜੈਦੀ ਦੇ ਅਨੁਸਾਰ ਉਹ ਅੱਗੇ ਲਿਖਦੇ ਨੇ ਕਿ ਉਹਨੇ ਇਸ ਤਰ੍ਹਾਂ ਦੇ ਹਿੰਦੂ ਮੁਸਲਿਮ ਏਕਤਾ ਦੇ ਭਾਈਚਾਰੇ ਨੂੰ ਬਣਾਉਣ ਲਈ ਦੋ ਸਮੂਹ ਐਸੇ ਬਣਾਏ ਸਨ। ਜਦੋਂ ਵੀ ਕੋਈ ਮੁੰਬਈ ਦੇ ਵਿੱਚ ਸੰਪਰਦਾਇਕ ਤਣਾਅ ਫੈਲਦਾ ਤਾਂ ਉੱਥੇ ਸਮੂਹ ਜਾ ਕੇ ਕੰਮ ਕਰਦੇ ਸੀ ਤੇ ਕੋਸ਼ਿਸ਼ ਕਰਦੇ ਸਨ ਕਿ ਲੜਾਈ ਝਗੜਾ ਨਾ ਵਧੇ। ਸਮਾਂ ਬੀਤਿਆ, ਬੰਬਈ ਦਾ ਬੇਤਾਜ ਬਾਦਸ਼ਾਹ ਬਣਿਆ ਦਾਊਦ ਇਬਰਾਹਿਮ। ਉਹਦਾ ਬੰਬਈ ਤੇ ਹੁਣ ਸਿੱਕਾ ਚੱਲਦਾ ਹੈ। ਸਾਲ 1993 ਦੇ ਵਿੱਚ ਬੰਬਈ ਦੇ ਵਿੱਚ ਲਗਾਤਾਰ ਬੰਬ ਧਮਾਕੇ ਹੁੰਦੇ ਨੇ, ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਬਹੁਤ ਵੱਡਾ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਾਅਦ ਜਦੋਂ ਇਹ ਜੈਨਾ ਬਾਈ ਦਾਰੂਵਾਲਾ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਬੰਬ ਧਮਾਕਿਆਂ ਦੇ ਪਿੱਛੇ ਦਾਊਦ ਇਬਰਾਹਿਮ ਦਾ ਹੱਥ ਹੈ ਤਾਂ ਉਹ ਸਦਮੇ ਚਲੀ ਜਾਂਦੀ ਹੈ। ਉਸ ਨੂੰ ਬੜਾ ਸ਼ਿਕਵਾ ਹੁੰਦਾ ਕਿ ਇਸ ਦੇ ਉਸਤਾਦ ਹਾਜੀ ਮਸਤਾਨ ਤੋਂ ਲੈ ਕੇ ਵੱਡਾ ਰਾਜਨ ਤੋਂ ਲੈ ਕੇ ਕੋਈ ਵੀ ਵੱਡੀ ਵਾਰਦਾਤ ਕਰਨ ਤੋਂ ਪਹਿਲਾਂ ਉਹ ਸਾਰੇ ਇੱਕ ਵਾਰੀ ਮਸ਼ਵਰਾ ਕਰਦੇ ਸਨ ਕਿ ਇਹ ਗੱਲ ਠੀਕ ਹੈ ਜਾਂ ਨਹੀਂ। ਉਸ ਸਮੇਂ ਮੁੰਬਈ ਦੇ ਵੱਡੇ ਨਾਂ, ਮੁੰਬਈ ਦੇ ਪਹਿਲੇ ਡੌਨ ਹਾਜੀ ਮਸਤਾਨ ਤੇ ਵਰਦਾ ਰਾਜਨ ਵੀ ਜੈਨਾ ਬਾਈ ਦਾਰੂਵਾਲਾ ਤੋਂ ਝਿਜਕਦੇ ਸਨ। ਕੋਈ ਵੱਡਾ ਕੰਮ ਕਰਨਾ ਹੁੰਦਾ, ਇਹ ਗੱਲ ਚਰਚਾ ਸੀ ਹਾਜੀ ਮਸਤਾਨ ਦੀ ਕਿ ਉਹ ਜੈਨਾ ਬਾਈ ਤੋਂ ਰਹਿ ਲੈ ਬਗੈਰ ਸਲਾਹ ਬਗੈਰ ਨਹੀਂ ਕਰਦੇ ਸੀ। ਅਜਿਹੀ ਦਿਲਚਸਪ ਕਹਾਣੀ ਲੈ ਕੇ ਅਸੀਂ ਤੁਹਾਨੂੰ ਫਿਰ ਮਿਲਦੇ ਹਾਂ। ਲਗਾਤਾਰ ਵੇਖਦੇ ਰਹੋ ਸਕਰੋਲ ਪੰਜਾਬ।